नमस्ते जी, सत श्री अकाल, अस्सलाम वालेकुम। आज मैं रिएक्ट करूंगी पंजाब मेड के एक वीडियो पर। ये स्टोरी टेलिंग करते हैं ज़्यादातर, तो मुझे ऐसा लगता है गुरु गोबिंद सिंह जी की इसके अंदर कोई स्टोरी ये बताएंगे अपने को। तो लेट अस लिसन की स्टोरी क्या होने वाली है, वीडियो क्या होने वाला है। इसमें ये भी लिखा हुआ है चमकौर साहिब दी, आगे पंजाबी में लिखा हुआ है, तो पंजाबी मुझे रीड करनी नहीं आती, दैट्स व्हाई आई एम नॉट एबल टू लाइक टेल यू कि क्या लिखा हुआ है। आप लोग अगर पंजाबी जानते हैं तो आपको पता होगा। मुझे पंजाबी समझ पूरी आती है पर पढ़नी नहीं आती, क्योंकि हिंदी और इंग्लिश पे ज़्यादा फोकस रहा है बचपन से। सो लेट अस एक्सपीरियंस कि क्या ये वीडियो है। और मैं बहुत एक्साइटेड हूँ इसे सुनने के लिए। काफ़ी दिन पहले आप लोग ने रिक्वेस्ट करा था बट मैं नहीं इस पर रिएक्ट कर पाई थी, बट फाइनली आज वो मौका है जब मैं रिएक्ट कर रही हूँ। सो लेट अस एक्सपीरियंस। तब तक अगर आपने मुझे इंस्टाग्राम पे फॉलो नहीं किया है तो फॉलो। जो बोले सोनेहाल, सत श्री अकाल। हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਚਾਰ ਸਾਹਿਬਜ਼ਾਦਿਆਂ ਬਾਰੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਤੇ ਇਹਨਾਂ ਦਾ ਜਨਮ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਤੇ ਇਸ ਦੌਰ ਵਿੱਚ ਔਰੰਗਜ਼ੇਬ ਦਾ ਦਬਦਬਾ ਬਹੁਤ ਬਣਿਆ ਹੋਇਆ ਸੀ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ ਤਾਂ ਜੋ ਉਸ ਦੀ ਸ਼ਕਤੀ ਹੋਰ ਵੱਧ ਸਕੇ। ਪਰ ਇਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਬਾਰੇ, ਕਿਉਂਕਿ ਉਹਨਾਂ ਦੇ ਸਮੇਂ ਵੀ ਔਰੰਗਜ਼ੇਬ ਹਿੰਦੂਆਂ ਨੂੰ ਧੱਕੇਸ਼ਾਹੀ ਨਾਲ ਇਸਲਾਮ ਧਰਮ ਕਬੂਲ ਕਰਾਉਂਦਾ ਸੀ ਤੇ ਗੁਰੂ ਤੇਗ ਬਹਾਦਰ ਜੀ ਨੇ ਇਹ ਕਿਹਾ ਕਿ ਜੇਕਰ ਤੂੰ ਸਾਨੂੰ ਮੁਸਲਮਾਨ ਬਣਾ ਲਵੇਂ, ਸਾਨੂੰ ਮੁਸਲਮਾਨ ਧਰਮ ਵਿੱਚ ਕਨਵਰਟ ਕਰ ਲਵੇਂ ਤਾਂ ਸਾਰੇ ਦੇਸ਼ ਦੇ ਹਿੰਦੂ ਮੁਸਲਮਾਨ ਧਰਮ ਅਪਣਾ ਲੈਣਗੇ, ਤੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੋਵੇਗੀ। ਪਰ ਜੇਕਰ ਤੂੰ ਸਾਨੂੰ ਆਪਣੇ ਧਰਮ ਵਿੱਚ ਤਬਦੀਲ ਨਾ ਕਰ ਸਕਿਆ ਤਾਂ ਤੈਨੂੰ ਹਿੰਦੁਸਤਾਨ ਦੀ ਪੂਰੀ ਧਰਤੀ ਤੇ ਕਤਲੇਆਮ ਬੰਦ ਕਰਨੇ ਪੈਣਗੇ। ਤੇ ਇਹ ਡੀਲ ਤਾਂ ਹੋਈ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਸੀਹੇ ਵੀ ਦਿੱਤੇ ਗਏ। ਉਹਨਾਂ ਦੇ ਨਾਲ 3 ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ। ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਜੀ ਨੇ ਸੀਸ ਲਵਾ ਲਿਆ ਪਰ ਉਹਨਾਂ ਤੋਂ ਤਬਦੀਲ ਨਹੀਂ ਹੋ ਸਕੇ, ਕਿਉਂਕਿ ਉਹ ਕਿਸੇ ਨਾਲ ਵਾਅਦਾ ਕਰਕੇ ਗਏ ਸੀ, ਜ਼ੁਬਾਨ ਕਰਕੇ ਗਏ ਸੀ। ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਸ ਵੇਲੇ 9 ਸਾਲ ਦੀ ਸੀ ਜਦੋਂ ਉਹਨਾਂ ਦੇ ਪਿਤਾ ਜੀ ਦੀ ਸ਼ਹਾਦਤ ਦਿੱਲੀ ਦੇ ਵਿੱਚ ਹੋਈ ਸੀ, ਉਹ ਵੀ ਹਿੰਦੂ ਧਰਮ ਨੂੰ ਬਚਾਉਣ ਲਈ। ਤੇ ਇਸ ਤੋਂ ਬਾਅਦ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥ ਵਿੱਚ ਤਲਵਾਰ ਫੜੀ ਤੇ ਤਲਵਾਰ ਹੱਥ ਵਿੱਚ ਉਦੋਂ ਫੜੀ ਜਾਂਦੀ ਹੈ ਜਦੋਂ ਸਰਕਾਰ ਕੋਈ ਆਵਾਜ਼ ਨਾ ਸੁਣੇ, ਧਾਰਮਿਕ ਲੋਕ ਲੋਕਾਂ ਦਾ ਸ਼ੋਸ਼ਣ ਕਰਦੇ ਰਹਿਣ ਤੇ ਕੋਈ ਅਪੀਲ ਨਾ ਕੋਈ ਦਲੀਲ ਸੁਣੀ ਜਾਵੇ। ਤੇ ਉਸ ਵਕਤ ਫਿਰ ਉਹਨਾਂ ਨੇ ਹਥਿਆਰ ਚੁੱਕਿਆ ਸੀ ਤੇ ਇਸ ਚੀਜ਼ ਨੂੰ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਇਆ ਤੇ ਪਹਿਲਾਂ ਤਾਂ ਗੱਲਾਂ ਬਾਤਾਂ ਨਾਲ ਸਮਝਾਇਆ ਪਰ ਬਾਅਦ ਵਿੱਚ ਐਲਾਨੇ ਜੰਗ ਹੋਈ ਤੇ ਜਿਸ ਤੋਂ ਬਾਅਦ ਉਹਨਾਂ ਨੇ 14 ਲੜਾਈਆਂ ਆਪਣੇ ਜੀਵਨ ਦੇ ਵਿੱਚ ਲੜੀਆਂ ਤੇ ਉਹਨਾਂ 14 ਲੜਾਈਆਂ ਦੇ ਵਿੱਚ ਹੀ ਉਹਨਾਂ ਨੇ ਜਿੱਤ ਹਾਸਲ ਕੀਤੀ। ਤੇ ਜਦੋਂ ਕੋਈ ਵੀ ਗਰੀਬ, ਕੋਈ ਜ਼ਰੂਰਤਮੰਦ ਉਹਨਾਂ ਦੇ ਦਰਬਾਰ ਵਿੱਚ ਆਉਂਦਾ ਸੀ ਉਸ ਨੂੰ ਸਹਾਰਾ ਦਿੱਤਾ ਜਾਂਦਾ ਸੀ। ਪਰ ਇਹ ਚੀਜ਼ ਔਰੰਗਜ਼ੇਬ, ਵਜ਼ੀਰ ਖਾਂ ਤੇ ਪਹਾੜੀ ਰਾਜਿਆਂ ਨੂੰ ਪਸੰਦ ਨਹੀਂ ਸੀ। ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੰਗਾ ਨਹੀਂ ਲੱਗਦਾ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਕਿ ਅਸੀਂ ਸਾਰੇ ਇੱਕ ਪਰਮਾਤਮਾ ਦੀ ਔਲਾਦ ਨੇ। ਗੁਰੂ ਕਹਿੰਦੇ ਨੇ ਕਿ ਅਸੀਂ ਸਾਰੇ ਇਕੱਠੇ ਰਹਾਂਗੇ ਤੇ ਅਸੀਂ ਜਾਤ ਪਾਤ ਧਰਮ ਭੇਦ ਭਾਵ ਵਿੱਚ ਨਹੀਂ ਜੀਵਾਂਗੇ। ਤੇ ਜਿਸ ਤੋਂ ਬਾਅਦ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨ ਦਾ ਮਨ ਬਣਾ ਲਿਆ ਤੇ ਜਿਸ ਤੋਂ ਬਾਅਦ ਫਿਰ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਸੀ, ਉੱਥੇ 5 ਮਈ ਸਨ 1704 ਨੂੰ 10 ਲੱਖ ਫੌਜਾਂ ਨੇ ਘੇਰਾ ਪਾ ਕੇ ਇਹ ਐਲਾਨ ਕਰ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲੇ ਵਿੱਚ ਹੀ ਖਤਮ ਕਰਾਂਗੇ ਜਾਂ ਫਿਰ ਜਿਉਂਦਾ ਫੜ ਕੇ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕਰਾਂਗੇ। ਤੇ ਉਹਨਾਂ ਦੇ ਬਹੁਤ ਸਾਰਾ ਜ਼ੋਰ ਲਾਉਣ ਤੋਂ ਬਾਅਦ ਵੀ ਕੁਝ ਨਾ ਹੋ ਸਕਿਆ ਤੇ ਉਹ 6 ਮਹੀਨੇ ਘੇਰਾ ਪਾ ਕੇ ਹੀ ਬੈਠੇ ਰਹੇ। ਤੇ 7 ਮਹੀਨੇ ਬਾਅਦ ਜਦੋਂ ਮੌਜੂਦਾ ਸਰਕਾਰ ਦੀ ਇੱਕ ਵੀ ਪੇਸ਼ ਨਾ ਚੱਲੀ ਤਾਂ ਉਹਨਾਂ ਨੇ ਕਸਮਾਂ ਖਾਧੀਆਂ ਤੇ ਜਿਸ ਤੋਂ ਬਾਅਦ ਔਰੰਗਜ਼ੇਬ ਦੇ ਹੱਥਾਂ ਤੋਂ ਲਿਖੀ ਇੱਕ ਕੁਰਾਨ, ਜੋ ਕਿ ਅੱਜ ਵੀ ਲਖਨਊ ਦੇ ਮਿਊਜ਼ੀਅਮ ਵਿੱਚ ਰੱਖੀ ਹੈ, ਤੇ ਉਸ ਕੁਰਾਨ ਦੇ ਟਾਈਟਲ ਪੇਜ ਤੇ ਇੱਕ ਲਫ਼ਜ਼ ਲਿਖਿਆ ਸੀ ਫਾਰਸੀ ਦੇ ਵਿੱਚ। ਤੇ ਉਸ ਕੁਰਾਨ ਨੂੰ ਆਪਣੇ ਕਾਜੀ ਦੇ ਹੱਥ ਵਿੱਚ ਦਿੱਤਾ ਤੇ ਕਿਹਾ ਕਿ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਇਸ ਕੁਰਾਨ ਦੇ ਉੱਤੇ ਹੱਥ ਰੱਖ ਕੇ ਕਸਮ ਖਾਈ ਕਿ ਤੁਸੀਂ ਅਨੰਦਪੁਰ ਸਾਹਿਬ ਦਾ ਇਹ ਕਿਲਾ ਛੱਡ ਕੇ ਚਲੇ ਜਾਓ ਤੇ ਤੁਸੀਂ ਹਿੰਦੁਸਤਾਨ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਬਸਿਓ, ਅਸੀਂ ਤੁਹਾਨੂੰ ਕੁਝ ਵੀ ਨਹੀਂ ਕਹਾਂਗੇ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਸਾਨੂੰ ਇਹਨਾਂ ਤੇ ਭਰੋਸਾ ਨਹੀਂ, ਕਿਉਂਕਿ ਇਹ ਸੱਚ ਦੀ ਆਵਾਜ਼ ਨੂੰ ਜਾਣਦੇ ਪਰਖਦੇ ਨਹੀਂ। ਤੇ ਦੂਜੀ ਵਾਰ ਫੇਰ ਔਰੰਗਜ਼ੇਬ ਨੇ ਆਪਣੇ ਕਾਜੀ ਨੂੰ ਭੇਜਿਆ ਤੇ ਉਸ ਨੇ ਕੁਰਾਨ ਤੇ ਰੱਖ ਕੇ ਦੁਬਾਰਾ ਫੇਰ ਕਸਮ ਖਾਧੀ ਤੇ ਪਹਾੜੀ ਰਾਜਿਆਂ ਨੇ ਅਲੱਗ ਤੋਂ ਗਊ ਦੀ ਕਸਮ ਖਾਧੀ। ਤੇ ਆਖਰ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 21-22 ਦਸੰਬਰ ਨੂੰ ਸਨ 1704 ਵਿੱਚ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਤੇ ਜਦੋਂ ਉਹ ਕਿਲੇ ਤੋਂ ਬਾਹਰ ਹੀ ਆਏ ਸੀ ਤੇ ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ ਕਿ ਅਸੀਂ ਤੁਹਾਡੇ ਤੇ ਕੋਈ ਅਟੈਕ ਨਹੀਂ ਕਰਾਂਗੇ, ਤੁਹਾਡੇ
ਸਾਡੇ ਪਰਿਵਾਰ ਤੇ ਕੋਈ ਹਮਲਾ ਨਹੀਂ ਹੋਵੇਗਾ, ਉਹਨਾਂ ਨੇ ਲੜਾਈ ਆਰੰਭ ਕਰ ਦਿੱਤੀ ਤੇ ਜਿਸ ਤੋਂ ਬਾਅਦ ਸਰਸਾ ਦੇ ਕਿਨਾਰੇ ਤੇ 6000 ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਤੇ ਜਦੋਂ ਸਰਸਾ ਨਦੀ ਪਾਰ ਕਰੀ ਤਾਂ ਗੁਰੂ ਜੀ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡ ਗਿਆ ਤੇ ਉਹਨਾਂ ਵਿੱਚੋਂ ਇੱਕ ਹਿੱਸਾ ਚਮਕੌਰ ਦੀ ਗੜੀ ਵੱਲ ਗਿਆ, ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਨਾਲ ਉਹਨਾਂ ਦੇ 40 ਸਿੱਖ ਸੀ। ਤੇ ਦੂਜਾ ਹਿੱਸਾ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਮਾਤਾ ਸੁੰਦਰ ਕੌਰ ਤੇ ਉਹਨਾਂ ਦੇ ਨਾਲ ਖਾਲਸੇ ਦੀ ਮਾਤਾ ਸਾਹਿਬ ਕੌਰ ਤੇ ਉਹਨਾਂ ਦੇ ਨਾਲ ਭਾਈ ਮਨੀ ਸਿੰਘ ਤੇ ਭਾਈ ਜੁਹਾਰ ਸਿੰਘ ਦਿੱਲੀ ਵੱਲ ਗਏ। ਤੇ ਇੱਕ ਹਿੱਸਾ 85 ਸਾਲ ਦੀ ਮਾਤਾ ਗੁਜਰ ਕੌਰ ਤੇ ਉਹਨਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਰਹੰਦ ਵੱਲ ਚਲੇ ਗਏ। ਤੇ ਜਿਸ ਤੋਂ ਬਾਅਦ ਅਜਿਹਾ ਪਰਿਵਾਰ ਵਿਛੋੜਾ ਹੋਇਆ, ਪਰਤ ਕੇ ਕਦੇ ਮਿਲਾਪ ਨਹੀਂ ਹੋਇਆ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਵੱਲ ਆਏ, ਜਿੱਥੇ ਇੱਕ ਬਹੁਤ ਹੀ ਉੱਚੀ ਹਵੇਲੀ ਬਣੀ ਹੋਈ ਸੀ, ਜਿਸ ਨੂੰ ਇੱਕ ਬਹੁਤ ਹੀ ਸਤਿਕਾਰਿਕ ਹਿੰਦੂ ਵਿਅਕਤੀ ਨੇ ਬਣਾਇਆ ਹੋਇਆ ਸੀ, ਜਿਸ ਦਾ ਨਾਮ ਸੀ ਬੁੱਧੀ ਚੰਦ ਰਾਵਤ। ਤੇ ਫਿਰ 22 ਦਸੰਬਰ ਸਨ 1704 ਨੂੰ ਉਸ ਹਵੇਲੀ ਨੂੰ 10 ਲੱਖ ਫੌਜ ਨੇ ਘੇਰ ਲਿਆ। ਤੇ ਇੰਨੀ ਸਾਰੀ ਫੌਜ ਨੇਪਾਲ, ਸਿੰਧ ਦਾ ਇਲਾਕਾ, ਅਫਗਾਨਿਸਤਾਨ, ਸ਼੍ਰੀਲੰਕਾ, ਅਲੱਗ-ਅਲੱਗ ਹਿੱਸਿਆਂ ਤੋਂ, ਛੋਟੇ-ਛੋਟੇ ਰਾਜਾਂ ਤੋਂ ਇਹ ਫੌਜ ਮੰਗਾਈ ਹੋਈ ਸੀ। ਤੇ ਇਹ ਸਾਰੇ ਰਾਜ ਉਸ ਵਕਤ ਇੰਡੀਆ ਦੇ ਵਿੱਚ ਆਉਂਦੇ ਸੀ। ਤੇ ਪੂਰੇ ਹਿੰਦੁਸਤਾਨ ਤੇ ਜਿਸ ਦਾ ਰਾਜ ਸੀ ਉਹ ਸੀ ਔਰੰਗਜ਼ੇਬ। ਤੇ ਉਸ ਨੇ ਪੂਰਾ ਜ਼ੋਰ ਲਗਾਇਆ ਤੇ ਉਸ ਦਾ ਮਕਸਦ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨਾ ਤੇ ਆਪਣਾ ਧਰਮ ਵਧਾਉਣਾ। ਤੇ ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਜਦੋਂ ਦੋ ਧਰਮ ਆਪਸ ਵਿੱਚ ਇਕੱਠੇ ਹੋ ਰਹੇ ਹੁੰਦੇ ਨੇ ਤਾਂ ਕਿਸੇ ਰਾਜਨੇਤਾ ਨੂੰ ਪਸੰਦ ਨਹੀਂ ਆਉਂਦੇ, ਕਿਉਂਕਿ ਰਾਜਨੇਤਾ ਵੋਟਾਂ ਦੀ ਖਾਤਰ ਲੋਕਾਂ ਦੀਆਂ ਲਾਸ਼ਾਂ ਦੇ ਨਾਲ ਸੌਦਾ ਕਰ ਲੈਂਦੇ ਨੇ। ਤੇ ਹਿੰਦੁਸਤਾਨ ਦੀ ਧਰਤੀ ਤੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਉਹ ਸੌਦਾ ਹੁੰਦਾ ਆ ਰਿਹਾ ਹੈ ਤੇ ਹੁੰਦਾ ਰਹੇਗਾ। ਤੇ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਇੱਥੋਂ ਦੇ ਲੋਕ ਪ੍ਰਮਾਤਮਾ ਨੂੰ ਇੱਕ ਸਮਝ ਕੇ ਉਸ ਨਫ਼ਰਤ ਨੂੰ ਖਤਮ ਨਹੀਂ ਕਰ ਲੈਂਦੇ ਜੋ ਉਹਨਾਂ ਨੇ ਆਪਸ ਵਿੱਚ ਵੰਡ ਕੇ ਰੱਖੀ ਹੋਈ ਹੈ ਧਰਮ ਦੇ ਨਾਮ ਤੇ। ਨਹੀਂ ਤਾਂ ਫਿਰ ਇਹੀ ਹਾਲ ਰਹੇਗਾ। ਤੇ ਗੁਰੂ ਗੋਬਿੰਦ ਸਿੰਘ ਜੀ ਇਨਸਾਨੀਅਤ ਦੀ ਗੱਲ ਕਰਦੇ ਸੀ ਤੇ ਉਹ ਇਹ ਨਹੀਂ ਚਾਹੁੰਦੇ ਸੀ। ਤੇ ਫਿਰ ਉਹਨਾਂ ਨੇ ਚਮਕੌਰ ਦੀ ਗੜੀ ਨੂੰ ਘੇਰ ਲਿਆ। ਤੇ ਕਮਾਲ ਦੀ ਗੱਲ ਹੈ ਕਿ 40 ਸਿੱਖਾਂ ਨੂੰ ਖਤਮ ਕਰਨ ਲਈ 10 ਲੱਖ ਦੀ ਫੌਜ ਆਈ। ਸੋ ਕਿੰਨਾ ਦਬਦਬਾ ਹੋਵੇਗਾ ਉਸ ਵਕਤ ਸਿੱਖਾਂ ਦਾ ਤੇ ਕਿੰਨਾ ਡਰ ਤੇ ਭੈ ਹੋਵੇਗਾ ਉਹਨਾਂ ਨੂੰ। ਤੇ ਕਮਾਲ ਦੀ ਗੱਲ ਇਹ ਹੈ ਕਿ ਪਿਛਲੇ 7 ਮਹੀਨਿਆਂ ਤੋਂ ਗੁਰੂ ਦੇ ਸਿੰਘਾਂ ਨੂੰ ਚੱਜ ਨਾਲ ਰੋਟੀ ਵੀ ਖਾਣ ਨੂੰ ਨਹੀਂ ਮਿਲੀ ਸੀ, ਕਿਉਂਕਿ ਉਹਨਾਂ ਦੇ ਕਿਲੇ ਨੂੰ ਘੇਰਾ ਪਿਆ ਹੋਇਆ ਸੀ। ਤੇ ਫਿਰ ਜਦੋਂ ਜੰਗ ਸ਼ੁਰੂ ਹੋਈ ਤਾਂ 5 ਸਿੰਘਾਂ ਦਾ ਜੱਥਾ ਬਾਹਰ ਜਾਂਦਾ ਹੈ ਤੇ ਉਹ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਜਾਂਦਾ ਹੈ। ਤੇ ਫਿਰ ਦੂਸਰਾ ਜੱਥਾ ਫੇਰ ਬਾਹਰ ਨਿਕਲਦਾ ਹੈ ਤੇ ਫਿਰ ਉਹ ਸ਼ਹੀਦ ਹੋ ਜਾਂਦਾ ਹੈ। ਤੇ ਫਿਰ ਅਗਲੇ ਜੱਥੇ ਵਿੱਚ ਜਾਣ ਲਈ ਅਜੀਤ ਸਿੰਘ ਜੀ ਪਹਿਲਾਂ ਤੋਂ ਹੀ ਤਿਆਰ ਹੋ ਕੇ ਖੜੇ ਸੀ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਜਾਣ ਲਈ ਕਿਸੇ ਨੇ ਆਵਾਜ਼ ਦਿੱਤੀ ਸੀ। ਉਹ ਆਪਣੇ ਆਪ ਹੀ ਆ ਕੇ ਕਹਿਣ ਲੱਗੇ ਕਿ ਮੈਂ ਵੀ ਆਪਣੇ ਧਰਮ ਦੀ ਖਾਤਰ ਮੈਦਾਨ ਦੇ ਵਿੱਚ ਜਾਣਾ ਚਾਹੁੰਦਾ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬੱਚਾ ਅਜੀਤ ਸਿੰਘ ਜਦੋਂ ਮੈਦਾਨੇ ਜੰਗ ਦੇ ਵਿੱਚ ਲੜੇ ਤਾਂ ਉਹਦੇ ਸੀਨੇ ਤੇ ਬਾਰ ਹੋਣਾ ਚਾਹੀਦਾ ਹੈ, ਪਿੱਠ ਤੇ ਨਹੀਂ। ਕਿਤੇ ਲੋਕ ਕੱਲ ਨੂੰ ਇਹ ਨਾ ਕਹਿਣ ਕਿ ਗੁਰੂ ਗੋਬਿੰਦ ਸਿੰਘ ਦਾ ਬੱਚਾ ਜੰਗ ਦੇ ਮੈਦਾਨ ਵਿੱਚੋਂ ਭੱਜ ਰਿਹਾ ਸੀ ਤੇ ਦੁਸ਼ਮਣਾਂ ਨੇ ਪਿੱਛੇ ਤੋਂ ਤੀਰ ਮਾਰ ਕੇ ਉਸ ਨੂੰ ਖਤਮ ਕਰ ਦਿੱਤਾ। ਤੇ ਅਜੀਤ ਸਿੰਘ ਜੀ ਨੇ ਬੜੇ ਹੀ ਜੋਸ਼ ਨਾਲ ਜੰਗ ਦੇ ਮੈਦਾਨ ਵਿੱਚ ਕਿੰਨੇ ਹੀ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ ਤੇ ਆਖਿਰ ਵਿੱਚ ਉਹਨਾਂ ਦੀ ਜੰਗ ਹੋਈ ਅਨਵਰ ਖਾਨ ਦੇ ਨਾਲ। ਤੇ ਅਨਵਰ ਖਾਨ ਨੇ ਆਪਣਾ ਸਾਰਾ ਸਰੀਰ ਲੋਹੇ ਦੇ ਵਿੱਚ ਢਕਿਆ ਹੋਇਆ ਸੀ ਤੇ ਦੂਜੇ ਪਾਸੇ ਅਜੀਤ ਸਿੰਘ ਜੀ ਨੇ ਆਮ ਵਸਤਰ ਪਾਏ ਹੋਏ ਸੀ। ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਜਗ੍ਹਾ ਨਹੀਂ ਲੱਭ ਰਹੀ ਸੀ ਕਿ ਬਾਹਰ ਕੀਤਾ ਕਿੱਥੇ ਜਾਵੇ, ਕਿਉਂਕਿ ਉਸ ਦਾ ਸਰੀਰ ਲੋਹੇ ਨਾਲ ਕਵਰ ਸੀ। ਤੇ ਆਖਿਰ ਵਿੱਚ ਉਹਨਾਂ ਨੇ ਬੜੀ ਹੀ ਜ਼ੋਰ ਨਾਲ ਉਸ ਦੀ ਛਾਤੀ ਵਿੱਚ ਵਰਸ਼ਾ ਮਾਰਿਆ ਤੇ ਆਰ-ਪਾਰ ਕਰ ਦਿੱਤਾ। ਤੇ ਹੁਣ ਅਨਵਰ ਖਾਨ ਜ਼ਮੀਨ ਤੇ ਡਿੱਗ ਪਿਆ ਸੀ। ਤੇ ਜਦੋਂ ਅਜੀਤ ਸਿੰਘ ਜੀ ਨੇ ਵਰਸ਼ਾ ਵਾਪਸ ਬਾਹਰ ਕੱਢਿਆ ਤਾਂ ਕੱਢਣ ਵੇਲੇ ਉਸ ਦਾ ਲੋਹੇ ਵਾਲਾ ਹਿੱਸਾ ਟੁੱਟ ਗਿਆ ਤੇ ਸਿਰਫ ਲੱਕੜੀ ਦਾ ਡੰਡਾ ਉਹਨਾਂ ਦੇ ਹੱਥ ਵਿੱਚ ਰਹਿ ਗਿਆ ਸੀ। ਤੇ ਜਿਸ ਤੋਂ ਬਾਅਦ ਉਹਨਾਂ ਨੇ ਉਸ ਲੱਕੜੀ ਦੇ ਡੰਡੇ ਨੂੰ ਸੁੱਟਿਆ ਤੇ ਆਪਣੇ ਕਮਰ ਕੱਸੇ ਵਿੱਚੋਂ ਸ਼ਮਸ਼ੀਰ ਨੂੰ ਕੱਢਿਆ। ਤੇ ਹੁਣ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਮਸ਼ੀਰ ਦੇ ਨਾਲ ਲੜ ਰਹੇ ਨੇ ਤੇ ਹਰ ਪਾਸਿਓਂ ਦੁਸ਼ਮਣ ਬਾਹਰ ਕਰ ਰਿਹਾ ਸੀ। ਤੇ ਦੁਸ਼ਮਣ ਦੀ ਫੌਜ ਦਾ ਹਰ ਇੱਕ ਸਿਪਾਹੀ ਚਾਹੁੰਦਾ ਸੀ ਕਿ ਅਜੀਤ ਸਿੰਘ ਨੂੰ ਮੇਰਾ ਤੀਰ ਵੱਜੇ, ਕਿਉਂਕਿ ਮੈਂ ਬਾਦਸ਼ਾਹ ਕੋਲੋਂ ਇਨਾਮ ਲੈ ਸਕਾਂ ਇਹ ਦੱਸ ਕੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਦਾ ਕਤਲ ਮੈਂ ਕੀਤਾ। ਤੇ ਦੱਸਿਆ ਜਾਂਦਾ ਹੈ ਕਿ ਜਦੋਂ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜ਼ਮੀਨ ਤੇ ਡਿੱਗੇ ਸੀ ਤਾਂ ਉਹਨਾਂ ਦੇ ਸਰੀਰ ਤੇ 300 ਤੋਂ ਵੱਧ ਫੱਟਾਂ ਦੇ ਵਾਰ ਸੀ ਤੇ ਜੰਗ ਦੇ ਮੈਦਾਨ ਵਿੱਚ ਲੜਦੇ ਲੜਦੇ ਉਹਨਾਂ ਦੀ ਤਲਵਾਰ ਵੀ ਖੁੰਡੀ ਹੋ ਚੁੱਕੀ ਸੀ, ਪਰ ਫਿਰ ਵੀ ਦੁਸ਼ਮਣ ਉਹਨਾਂ ਦੇ ਕੋਈ ਨੇੜੇ ਨਹੀਂ ਆ ਰਿਹਾ ਸੀ। ਪਰ ਲਾਸਟ ਵਿੱਚ ਕਿਸੇ ਨੇ ਉਹਨਾਂ ਦੀ ਪਿੱਠ ਤੇ ਵਾਰ ਕੀਤਾ
ਤੇ ਵਰਸ਼ਾ ਆਰ-ਪਾਰ ਹੋ ਗਿਆ। ਤੇ ਇਸ ਤਰ੍ਹਾਂ ਫਿਰ ਬਾਬਾ ਅਜੀਤ ਸਿੰਘ ਜੀ ਯੁੱਧ ਦੇ ਵਿੱਚ ਲੜੇ ਤੇ ਸ਼ਹੀਦ ਹੋ ਗਏ। ਤੇ ਉਹਨਾਂ ਨੂੰ ਲੜਦਿਆਂ ਦੇਖ ਕੇ ਉਹਨਾਂ ਦੇ ਛੋਟੇ ਭਰਾ ਜੁਝਾਰ ਸਿੰਘ ਨੇ ਜੰਗ ਦੇ ਵਿੱਚ ਜਾਣ ਲਈ ਆਪਣੇ ਪਿਤਾ ਜੀ ਤੋਂ ਇਜਾਜ਼ਤ ਲਈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਛੋਟੀ ਕਿਰਪਾਨ ਬਾਬਾ ਜੁਝਾਰ ਸਿੰਘ ਜੀ ਦੇ ਹੱਥ ਵਿੱਚ ਦਿੱਤੀ। ਤੇ ਜਦ ਕਿ ਉਹਨਾਂ ਨੂੰ ਇੰਨੀ ਸ਼ਸਤਰ ਵਿਦਿਆ ਦੀ ਸਿੱਖਿਆ ਵੀ ਨਹੀਂ ਸੀ ਤੇ ਉਹ ਉਸ ਵਕਤ 16 ਸਾਲ ਦੇ ਸੀ। ਤੇ ਇਸ ਤਰ੍ਹਾਂ ਚਮਕੌਰ ਦੀ ਗੜੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਵੱਡੇ ਬੱਚੇ ਸ਼ਹੀਦ ਹੋ ਗਏ। ਤੇ ਉਸ ਵਕਤ ਪਿਓ ਤੇ ਕੀ ਬੀਤ ਰਿਹਾ ਹੋਵੇਗਾ। ਤੇ ਕਵੀ ਕਹਿੰਦਾ ਕਿ ਮੈਂ ਦੁਨੀਆ ਵਿੱਚ ਕਦੇ ਦੇਖਿਆ ਹੀ ਨਹੀਂ ਕਿ ਪਿਓ ਪੁੱਤਰ ਦੀ ਮੌਤ ਨੂੰ ਦੇਖ ਰਿਹਾ ਹੈ। ਤੇ ਉਸ ਨੇ ਕਿਹਾ ਕਿ ਭਗਵਾਨ ਰਾਮ ਬਨਵਾਸ ਤੇ ਗਏ ਸੀ, ਪਤਨੀ ਨਾਲ ਸੀ, ਭਰਾ ਨਾਲ ਸੀ, ਕੋਈ ਫਿਕਰ ਵਾਲੀ ਗੱਲ ਨਹੀਂ। ਪਰ ਦਸ਼ਰਥ ਪਿਤਾ ਉਹ ਵਿਛੋੜੇ ਦੇ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕੇ ਤੇ ਮੌਤ ਹੋ ਗਈ। ਕੁਰੂਕਸ਼ੇਤਰ ਦੇ ਮੈਦਾਨ ਵਿੱਚ ਅਭਿਮਨਿਊ ਦੀ ਮੌਤ ਹੋ ਗਈ। ਅਰਜੁਨ ਹਥਿਆਰ ਸੱਟ ਦਿੰਦਾ ਹੈ ਤੇ ਉਹ ਕਹਿੰਦੇ ਨੇ ਕਿ ਨਹੀਂ, ਹੁਣ ਮੈਂ ਨਹੀਂ ਲੜ ਸਕਦਾ, ਮੇਰੇ ਸਾਹਮਣੇ ਮੇਰੇ ਪੁੱਤਰ ਦੀ ਮੌਤ ਹੋ ਗਈ। ਹਜ਼ਰਤ ਇਬਰਾਹਿਮ ਨੂੰ ਆਪਣੇ ਪੁੱਤਰ ਦੀ ਬਲੀ ਦੇਣ ਲਈ ਕਿਹਾ ਜਾਂਦਾ ਹੈ ਤੇ ਉਹ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਲੈਂਦਾ ਹੈ ਤੇ ਉਹ ਕਹਿੰਦਾ ਕਿ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਦੀ ਮੌਤ ਨਹੀਂ ਦੇਖ ਸਕਦਾ। ਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਦੁਨੀਆ ਦਾ ਕੋਈ ਪੈਗੰਬਰ ਆਪਣੇ ਪੁੱਤਰ ਦੀ ਮੌਤ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਪਰ ਕਲਗੀਧਰ ਪਾਤਸ਼ਾਹ ਕੀ ਹੋਣਗੇ, ਸਾਹਮਣੇ ਅਜੀਤ ਸਿੰਘ ਜੀ ਜ਼ਮੀਨ ਤੇ ਡਿੱਗਦੇ ਨੇ ਤੇ ਗੁਰੂ ਜੀ ਕਹਿੰਦੇ ਨੇ ਕਿ ਮੈਂ ਤੇਰੇ ਤੋਂ ਕੁਰਬਾਨ ਜਾਨਾ, ਸ਼ਾਬਾਸ਼, ਖੂਬ ਲੜੇ ਹੋ। ਤੇ ਤੁਹਾਨੂੰ ਦੱਸ ਦਈਏ ਕਿ ਲਖਨਊ ਦੇ ਮਿਊਜ਼ੀਅਮ ਵਿੱਚ ਅੱਜ ਵੀ ਫਾਰਸੀ ਦੇ ਇੱਕ ਲਿਖਾਰੀ ਅਬੂ ਬਕਰ ਦੀ ਇੱਕ ਲਿਖਤ ਇਸਲਾਮ ਦੀ ਦੁਨੀਆ ਦਾ ਇੱਕ ਗ੍ਰੰਥ ਹੈ। ਉਸ ਦੇ ਚੈਪਟਰ ਨੰਬਰ 3 ਤੇ ਉਸ ਨੇ ਇੱਕ ਗੱਲ ਲਿਖੀ ਹੈ ਤੇ ਉਸ ਨੇ ਲਿਖਿਆ ਕਿ ਔਰੰਗਜ਼ੇਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਝੁਕਣ ਦੇ ਲਈ, ਇਸਲਾਮ ਦੇ ਵਿੱਚ ਕਨਵਰਟ ਕਰਨ ਦੇ ਲਈ ਬਹੁਤ ਜ਼ੋਰ ਲਗਾਇਆ। ਇੱਥੋਂ ਤੱਕ ਕਿ ਆਪਣੇ ਕਾਜੀ ਅਬੁਲ ਹਕ ਤੋਂ ਇਹ ਵੀ ਕੁਹਾ ਦਿੱਤਾ ਸੀ ਕਿ ਜਾਓ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਕਹਿ ਦਿਓ ਕਿ ਮੈਂ ਉਹਦੇ ਲਈ ਹਿੰਦੁਸਤਾਨ ਦਾ ਤਖਤ ਵੀ ਛੱਡ ਦਿਆਂਗਾ, ਮੈਂ ਆਪਣੀ ਜਗ੍ਹਾ ਤੇ ਉਸ ਨੂੰ ਬਿਠਾ ਦਿਆਂਗਾ ਤੇ ਬਸ ਉਹ ਇਸਲਾਮ ਦੇ ਵਿੱਚ ਆ ਜਾਵੇ। ਤੇ ਗੁਰੂ ਜੀ ਨੇ ਸਭ ਤਖਤਾਂ ਤਾਜਾਂ ਨੂੰ ਠੋਕਰ ਮਾਰ ਦਿੱਤੀ ਸੀ ਤੇ ਇਨਸਾਨੀਅਤ ਨੂੰ ਹੀ ਅਪਣਾਇਆ ਕਿ ਹਰ ਕਿਸੇ ਨੂੰ ਆਪਣੇ ਧਰਮ ਵਿੱਚ ਜੀਣ ਦਾ ਹੱਕ ਹੋਣਾ ਚਾਹੀਦਾ ਹੈ। ਤੇ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੈਦਾਨੇ ਜੰਗ ਲਈ ਤਿਆਰ ਹੋ ਰਹੇ ਸੀ ਤੇ ਦਇਆ ਸਿੰਘ ਆ ਕੇ ਕਹਿੰਦੇ ਨੇ ਕਿ ਤੁਸੀਂ ਜੰਗ ਵਿੱਚ ਨਾ ਜਾਓ। ਤੇ ਇਸ ਬਾਰੇ ਗੱਲ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਤੇ ਉਸ ਵਿੱਚ ਆਪਾਂ ਛੋਟੇ ਸਾਹਿਬਜ਼ਾਦਿਆਂ ਬਾਰੇ ਵੀ ਗੱਲ ਕਰਾਂਗੇ। ਸੋ ਲਾਸਟ ਵਿੱਚ ਇਹੀ ਕਹਿੰਦੇ ਆ कि ये वीडियो नु हर एक जगह पे शेयर जरूर कर दियो तां जो छूट। अभी लास्ट में ये कहा पंजाब मेड वाले जो भैया हैं, उन्होंने कहा कि इस वीडियो को हर जगह शेयर करो, और ये इन्होंने एकदम सही बात कही है क्योंकि इतना भयंकर तरीके से इन्होंने पूरी जो कहानी है, जो इतिहास में हुआ है, वो सब एक्सप्लेन किया। मुझे इतनी अच्छी तरीके से कभी कहीं नहीं मिला। चमकौर साहिब वाला ये जो पूरा किस्सा हुआ, ये मैंने कहीं पे भी इस तरीके से फॉर्मुलेटेड नहीं देखा। सो प्लीज़ शेयर दिस वीडियो। बाकी इतनी ज़्यादा चीज़ें थी इस वीडियो के अंदर कि मैं बयां भी कैसे करूं। अभी इतने सारे इमोशंस मेरे अंदर आ चुके हैं कि यार, उन्होंने अपने बच्चों को शहीद होते हुए देखा है, उनको कहा शाबाश। तो ये एक बहुत बड़ी बात होती है, एक पिता के लिए अपने बच्चों को शहीद होते हुए देखना, इतना ज़्यादा दम होना। और खैर फतेह दी चिट्ठी के बारे में हम सबको पता ही है कि फतेह गुरु गोबिंद सिंह जी की ही हुई थी, और जिसके ऊपर वाहे गुरु का हाथ होता है वैसे भी उसका कोई बाल बांका कर भी नहीं सकता। तो छोटे साहिबजादे, बड़े साहिबजादे सब शहीद हो गए थे क्योंकि कुछ लोग इतनी बड़ी चाल रच रहे थे, लोगों का धर्म परिवर्तन करवाना चाहते थे। और ये चीज़ अगर आज इस मॉडर्न टाइम में भी हर कोई समझ जाए ना कि यार ये जो एक भेदभाव है ना, कि वो सामने वाला इंसान मुस्लिम है तो बस हम उससे बात नहीं कर रहे, या एक डिफ्रेंसिएशन आ जाता है लोगों के अंदर। इस छोटी सोच को लोगों को छोड़ना पड़ेगा दूर, तभी जाके एक पीसफुल एनवायरनमेंट अपनी कंट्री में हो सकता है। आज भी लड़ाइयाँ जारी है, इतनी सारी चीज़ें हो रही है देश में, किसानों का इतना बड़ा मुद्दा चल रहा है, पर पीसफुली कोई भी चीज़ सॉर्ट आउट नहीं हो रही है क्योंकि लोगों की सोच ही उतनी नैरो माइंडेड। आखिर में मैं यही कहूँगी कि वाहिगुरु जी का खालसा, वाहिगुरु जी की फतेह। जो बोले सोनेहाल, सत श्री अकाल। मैं बहुत ज़्यादा एक्साइटेड हूँ नेक्स्ट वीडियो को भी देखने के लिए कि नेक्स्ट वीडियो में ऐसा क्या डिस्कस ही करने वाले हैं। और मुझे एक चीज़ बहुत यार दिल तक लगी कि वो लोग सेपरेट हो गए, इतनी बड़ी फैमिली उनकी 3 हिस्सों में सेपरेट हो गई। छोटे साहिबजादे भी सेपरेट होने के बाद छोटे साहिबजादों ने भी मतलब अपना शहीद हो गए, वो एकदम फक्र के साथ, गर्व के साथ। ऐसा नहीं कि धर्म परिवर्तन करवा लिया, जबकि वो उम्र में बहुत ज़्यादा छोटे थे। तो
बहुत बड़ा सल्यूट है इन सभी को। और ये तो ऐसी हिस्ट्री है जो इंडिया के हर एक इंसान को पता होनी चाहिए। थैंक यू सो मच फॉर वॉचिंग दिस रिएक्शन। बाय बाय, दिस इज किलाया रिएक्ट्स एंड डू फॉलो मी ऑन इंस्टाग्राम and on my another YouTube channel. Thank you.